6 ਸਾਲ ਦਾ ਲਮਕਦਾ ਆ ਰਿਹਾ ਮਸਲਾ ਇਨਸਾਫ ਅਜੇ ਤੱਕ ਨਹੀਂ ਮਿਲਿਆ। ਕਿਸਾਨ ਮੋਰਚਾ ਜਿਹੜਾ ਕਾਲੇ ਕਾਨੂੰਨਾਂ ਵਿਰੋਧੀ ਜਿੱਤਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ, ਉਹ ਮੈਂ ਕਹਿੰਦਾ ਇਸੇ ਕਰਕੇ ਜਿੱਤ ਲਿਆ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਦੂਰੀ ਤੇ ਰੱਖਿਆ। 2 ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਇੱਥੇ ਆ ਕੇ ਗਏ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕਿਸੇ ਪਾਰਟੀ ਪੱਖ ਤੋਂ ਨਹੀਂ ਆਇਆਗਾ, ਮੈਂ ਇੱਕ ਸਿੱਖ ਹੋਣ ਦੇ ਨਾਤੇ ਇੱਥੇ ਆਇਆਗਾ। ਨਹੀਂ, ਉਹਨੂੰ ਪੁੱਛਣ ਵਾਲਾ ਹੋਵੇ ਤੂੰ ਪਾਰਟੀ ਦੇ ਪ੍ਰਧਾਨ ਤੋਂ ਅਸਤੀਫਾ ਦੇਤਾ ਤੂੰ? ਪ੍ਰਧਾਨ ਹੁੰਦਾ ਹੋਇਆ ਵੀ ਕਹਿੰਦਾ ਵੀ ਮੈਂ ਪ੍ਰਧਾਨ ਦੇ ਤੌਰ ਤੇ ਨਹੀਂ ਆਇਆ, ਇਹਦਾ ਮਤਲਬ ਲੋਕਾਂ ਦੇ ਅੱਖੀ ਘੱਟਾ ਪਾ ਰਿਹਾ। ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਚੋਣਾਂ ਵਾਲੀ ਗਦੀ ਗੇਟ 'ਚ ਨਾ ਪਾਓ, ਇਹ ਖੂਹ 'ਚ ਨਾ ਡਿੱਗੋ। ਪਰ ਭਾਈ ਜਿਨ੍ਹਾਂ ਨੂੰ ਐ ਹੁੰਦਾ ਵੀ ਹੁਣ ਆਪਣੀ ਹਵਾ ਬਣੀ ਹੋਈ ਹੈ ਤੇ ਹੁਣ ਆਪਾਂ ਛੇਤੀ ਇੱਧਰ ਵੀ ਲੁੱਟ ਗਿਆ ਸੇਕ ਲਗੇ ਆਪਾਂ, ਕੋਈ ਸਾਨੂੰ ਐ ਹੁੰਦਾ ਵੀ ਮੈਂ MLA ਬਣ ਜਾਊ, ਕਿਸੇ ਨੂੰ ਕੋਈ ਫੀਲਿੰਗ ਲੈ ਮੰਤਰੀ ਦੀ ਲੈ ਰਿਹਾ, ਕੋਈ ਮੁੱਖ ਮੰਤਰੀ ਦੀ ਵੀ ਫੀਲਿੰਗ ਲੈ ਰਹੇ ਨੇ, ਤੇ ਉਹ ਇਹੋ ਜਿਹੇ ਵੀ ਹੈਗੇ ਵਿੱਚ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ। ਚਲੋ ਹਾਂ, ਕੋਈ ਆਪਾਂ ਨਾਂ ਲੈਣ ਦੀ ਲੋੜ ਨਹੀਂ। MLA ਤਾਂ ਪਹਿਲਾਂ ਵੀ ਸੀਗੇ, ਹੁਣ ਕਾਨੂੰਨ MLA ਨੇ ਥੋੜਾ ਰੱਦ ਕਰਾਤੇ ਐਮਪੀਆਂ ਨੇ, ਕਾਨੂੰਨ ਤਾਂ ਜਨਤਾ ਨੇ ਰੱਦ ਕਰਾਇਆ, MLA MP ਨੇ ਤਾਂ ਕਿਸੇ ਨੇ ਨਹੀਂ ਕਰਾਇਆ। ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ ਤੁਸੀਂ। ਅੱਜ ਬਹਿਬਲ ਕਲਾਂ ਦੇ ਵਿੱਚ ਪੂਰੇ 6 ਸਾਲ ਬੀਤ ਚੁੱਕੇ ਨੇ ਸਿੱਖਾਂ ਨੂੰ ਇਸ ਇਨਸਾਫ ਮੋਰਚੇ ਨੂੰ ਲੈ ਕੇ ਲੜਾਈ ਲੜਦਿਆਂ ਨੂੰ, ਕਿਉਂਕਿ ਜਿਹੜੀਆਂ 6 ਸਾਲ ਪਹਿਲਾਂ ਜੋ ਬੇਅਦਬੀ ਦੀ ਘਟਨਾ ਨੂੰ ਲੈ ਕੇ, ਜੋ ਇਨਸਾਫ ਦੀ ਮੰਗ ਨੂੰ ਲੈ ਕੇ ਜਿਹੜੇ ਬੈਠੇ ਸੀ ਇੱਥੇ ਸਿੰਘ, ਤੇ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਸੀਗਾ। 2 ਸਿੰਘ ਜਿਹੜੇ ਸੀਗੇ ਪੁਲਿਸ ਦੀ ਗੋਲੀ ਦੇ ਨਾਲ ਸ਼ਹੀਦ ਹੋ ਗਏ ਸੀਗੇ। ਉਸ ਤੋਂ ਬਾਅਦ ਇਨਸਾਫ ਦੀ ਲੜਾਈ ਚੱਲੀ। ਅੱਜ ਉਸ ਨੂੰ ਪੂਰੇ 6 ਸਾਲ ਬੀਤ ਚੁੱਕੇ ਨੇ ਤੇ ਅੱਜ ਜਿਹੜੇ ਸ਼ਰਧਾਲੂ ਜਿਹੜੇ ਨੇ ਅੱਜ ਨਤਮਸਤਕ ਹੋ ਰਹੇ ਨੇ ਇਸ ਮੌਕੇ ਦੇ ਉੱਤੇ। ਤੇ ਜਿਹੜੇ BKU ਕ੍ਰਾਂਤੀਕਾਰੀ ਜਿਹੜੀ ਜਥੇਬੰਦੀ ਆ, ਉਹਨਾਂ ਦੇ ਜਿਹੜੇ ਆਗੂ ਨੇ, ਪ੍ਰਧਾਨ ਨੇ ਸੁਰਜੀਤ ਫੂਲ ਜੀ ਵੀ ਪਹੁੰਚੇ ਨੇ ਮੇਰੇ ਨਾਲ, ਇਸ ਵੇਲੇ ਮੌਜੂਦ ਨੇ। ਸਵਾਗਤ ਹੈ ਤੁਹਾਡਾ ਔਨ 에ਅਰ ਤੇ। ਧੰਨਵਾਦ ਜੀ, ਮਿਹਰਬਾਨੀ। ਅੱਜ ਦੇ ਇਸ ਮੌਕੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ? 6 ਸਾਲ ਬੀਤ ਗਏ, ਬੜਾ ਲੰਬਾ ਸਮਾਂ ਬੀਤਿਆਗਾ, ਪਰ ਲੇਕਿਨ ਸਰਕਾਰਾਂ ਅਜੇ ਵੀ ਇਨਸਾਫ ਨਹੀਂ ਦਿਵਾ ਰਹੀਆਂ। ਕੀ ਉਮੀਦ ਕੀ ਲੱਗਦੀ ਹੈ ਅੱਗੇ? ਦੇਖੋ ਜੀ, ਜਿਹੜਾ ਇਹ 6 ਸਾਲ ਦਾ ਲਮਕਦਾ ਆ ਰਿਹਾ ਮਸਲਾ ਇਨਸਾਫ ਅਜੇ ਤੱਕ ਨਹੀਂ ਮਿਲਿਆ। ਸਾਰੀਆਂ ਸਰਕਾਰਾਂ ਨੇ, ਕਿਸੇ ਇੱਕ ਨੂੰ ਨਹੀਂ ਕਹਿ ਸਕਦੇ ਆਪਾਂ, ਉਹਦੇ 'ਚ ਅਕਾਲੀ ਵੀ ਆ ਜਾਂਦੇ ਆ, ਉਹਦੇ ਵਿੱਚ ਕਾਂਗਰਸ ਦੀਆਂ ਵੀ 2 ਸਰਕਾਰਾਂ ਕਹਿ ਲਓ, 2 ਮੁੱਖ ਮੰਤਰੀ ਆ ਗਏ ਇਸੇ ਅਰਸੇ 'ਚ। ਪਹਿਲਾਂ 4.5 ਸਾਲ ਕੈਪਟਨ ਰਿਹਾ, ਹੁਣ 2 ਮਹੀਨਿਆਂ ਤੋਂ ਆਹ ਨਵਾਂ ਚੰਨੀ ਰਿਹਾ। ਸੋ 3 ਮੁੱਖ ਮੰਤਰੀਆਂ ਦਾ ਤਾਂ ਇਹਨਾਂ ਨੇ ਦੇਖ ਲਿਆ ਨਾ ਮੂੰਹ ਕੰਨੀ ਇਹ। ਸੋ ਤਿੰਨਾਂ ਨੇ ਲਾਰੇ ਲਾਏ ਨੇ, ਵਾਅਦੇ ਕੀਤੇ ਆ, ਵੱਡੇ ਵੱਡੇ ਲੋਲੀਪੋਪ ਦਿੱਤੇ ਨੇ, ਪਰ ਇਨਸਾਫ ਦੀ ਗੱਲ ਨਹੀਂ ਕੀਤੀ। ਸੋ ਇਸ ਕਰਕੇ ਅਸੀਂ ਤਾਂ ਹੁਣ ਮੈਂ ਬੋਲ ਕੇ ਵੀ ਆਇਆ, ਇਹੀ ਅਪੀਲ ਕੀਤੀ ਆ ਜਿਹੜੇ ਇੱਥੋਂ ਦੇ ਸ਼ਹੀਦ ਪਰਿਵਾਰ ਹੈ, ਭਾਈ ਕ੍ਰਿਸ਼ਨ ਭਗਵਾਨ ਜੀ ਦਾ ਪਰਿਵਾਰ ਹੈ, ਗੁਰਜੀਤ ਸਿੰਘ ਦਾ ਸਰਾਵਾਂ ਵਾਲੇ ਦਾ ਪਰਿਵਾਰ ਹੈ, ਵੀ ਤੁਸੀਂ ਪਰਿਵਾਰਾਂ ਦੇ ਤੌਰ ਤੇ ਮੂਹਰੇ ਲੱਗੋ ਜਾਂ ਇਲਾਕੇ ਦੀ ਸੰਗਤ ਮੂਹਰੇ ਲੱਗੇ। ਕਿਸੇ ਵੀ ਇਹੋ ਜਿਹੀ ਜਿਹੜੀ ਵੋਟ ਪਾਰਟੀ ਹੈ ਜਿਨ੍ਹਾਂ ਦਾ ਕੰਮ ਹੁੰਦਾ ਵੋਟਾਂ ਮੁੱਛਣੀਆਂ, ਉਹ ਇਹੋ ਜਿਹੇ ਮਗਰਮੱਛ ਦੇ ਹੰਝੂ ਘੇਰਦੇ ਆ, ਵੀ ਕਿਸੇ ਨੂੰ ਵੀ ਨੇੜੇ ਨਾ ਢੁੱਕਣ ਦਿਓ। ਅਸੀਂ ਦਿੱਲੀ ਮੋਰਚਾ, ਕਿਸਾਨ ਮੋਰਚਾ ਜਿਹੜਾ ਕਾਲੇ ਕਾਨੂੰਨਾਂ ਵਿਰੋਧੀ ਜਿੱਤਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ, ਉਹ ਮੈਂ ਕਹਿੰਦਾ ਇਸੇ ਕਰਕੇ ਜਿੱਤ ਲਿਆ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਦੂਰੀ ਤੇ ਰੱਖਿਆ। ਜੇ ਕਿਸੇ ਇੱਕ ਅੱਧੀ ਵਿਰੋਧੀ ਪਾਰਟੀਆਂ ਬਥੇਰੀਆਂ ਆਉਣੀਆਂ ਚਾਹੁੰਦੀਆਂ ਸੀਗੀਆਂ BJP ਵਿਰੋਧੀ, ਜੇ ਵਿੱਚ ਸ਼ਾਮਲ ਕਰ ਲਿਆ ਹੁੰਦਾ ਤਾਂ ਸ਼ਾਇਦ ਇਹ ਮੋਰਚਾ ਨਾ ਜਿੱਤਿਆ ਜਾਂਦਾ। ਸੋ ਇਸ ਕਰਕੇ ਇਹਨਾਂ ਨੂੰ ਵੀ ਸਾਡੀ ਤਾਂ ਇਹੀ ਅਪੀਲ ਕੀਤੀ ਹੈ, ਜਿਹੜੇ ਇੱਥੋਂ ਦੇ ਪ੍ਰਬੰਧਕ ਉਹਨਾਂ ਨੂੰ ਮਿਲ ਕੇ ਆਏ ਆ, ਉਹਨਾਂ ਨੇ ਵੀ ਕਿਹਾ ਵੀ ਠੀਕ ਹੈ ਪ੍ਰਧਾਨ ਜੀ, ਅਸੀਂ ਇਹ ਤੋਂ ਪਹਿਲਾਂ ਸਾਰਿਆਂ ਦੇ ਸਾਡੇ ਦੰਦ ਖੱਟੇ ਹੋਏ ਨੇ, ਸਾਰਿਆਂ ਨੂੰ ਅਸੀਂ ਸਪੋਰਟ ਵੀ ਕਰਕੇ ਦੇਖ ਲਈ, ਉਹਨਾਂ ਦੇ ਲਾਰੇ ਵੀ ਸੁਣ ਕੇ ਦੇਖ ਲਏ, ਸਾਰਿਆਂ ਦੇ ਸਾਡੇ ਦੰਦ ਖੱਟੇ ਹੋਏ ਆ। ਹੁਣ ਅਸੀਂ ਕਿਸੇ ਵੀ ਵੋਟ ਪਾਰਟੀ ਨੂੰ ਇੱਥੇ ਅਗਵਾਈ ਹੈ ਜਿਹੜੀ ਇਸ ਇਨਸਾਫ ਮੋਰਚੇ ਦੀ, ਉਹਨੂੰ ਉਹਨਾਂ ਦੇ ਹੱਥ 'ਚ ਨਹੀਂ ਆਉਣ ਦੇਵਾਂਗੇ। ਕੁਝ ਦਿਨ ਪਹਿਲਾਂ, 2 ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਇੱਥੇ ਆ ਕੇ ਗਏ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕਿਸੇ ਪਾਰਟੀ ਪੱਖ ਤੋਂ ਨਹੀਂ ਆਇਆਗਾ, ਮੈਂ ਇੱਕ ਸਿੱਖ ਹੋਣ ਦੇ ਨਾਤੇ ਇੱਥੇ ਆਇਆਗਾ। ਬਹੁਤ ਸਾਰੇ ਵਾਅਦੇ ਜਿਹੜੇ ਸੀਗੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਕਿ ਤੁਸੀਂ ਉਸ ਨੂੰ ਕਿਵੇਂ ਵੇਖ ਰਹੇ ਹੋ? ਨਹੀਂ, ਉਹਨੂੰ ਪੁੱਛਣ ਵਾਲਾ ਹੋਵੇ ਤੂੰ ਪਾਰਟੀ ਦੇ ਪ੍ਰਧਾਨ ਤੋਂ ਅਸਤੀਫਾ ਦੇਤਾ ਤੂੰ? ਚੱਲ ਜੇ ਅਸਤੀਫਾ ਦੇਤਾ ਹੁੰਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਤੋਂ, ਫਿਰ ਉਹ ਕਹਿ ਸਕਦਾ ਸੀਗਾ ਵੀ ਯਾਰ ਨਾ ਤਾਂ ਮੈਂ ਕੋਈ ਮੰਤਰੀ ਹਾਂ, ਨਾ ਮੈਂ ਕਿਸੇ ਪਾਰਟੀ ਦਾ ਪ੍ਰਧਾਨ ਹਾਂ, ਮੈਂ ਤਾਂ ਇੱਕ ਸਿੱਖ ਦੇ ਤੌਰ ਤੇ ਆਇਆ। ਫਿਰ ਤਾਂ ਉਹਦੀ ਕਹਿਣ ਦੀ ਕੋਈ ਤੁਖਤ ਬਣਦੀ ਸੀ। ਵੀ ਪ੍ਰਧਾਨ ਹੁੰਦਾ ਹੋਇਆ ਵੀ ਕਹਿੰਦਾ ਵੀ ਮੈਂ ਪ੍ਰਧਾਨ ਦੇ ਤੌਰ ਤੇ ਨਹੀਂ ਆਇਆ, ਇਹਦਾ ਮਤਲਬ ਲੋਕਾਂ ਦੇ ਅੱਖੀ ਘੱਟਾ ਪਾ ਰਿਹਾ। ਵੀ ਜੇ ਮੈਂ ਕਹੂੰ ਵੀ ਪ੍ਰਧਾਨ ਦੇ ਤੌਰ ਤੇ ਆਇਆ, ਫਿਰ ਅਗਲਾ ਕਹਿਣਗੇ ਵੀ ਤੇਰੀ ਪਾਰਟੀ ਦੀ ਸਰਕਾਰ ਹੈ, ਜਿਹੜੀ ਪਾਰਟੀ ਦਾ ਤੂੰ ਪ੍ਰਧਾਨ ਹੈ ਉਸੇ ਪਾਰਟੀ ਦੀ ਸਰਕਾਰ ਹੈ, ਹੁਣ ਫਿਰ ਤੂੰ ਕਿਤੋਂ ਪੁੱਛ ਕਢਾਉਣੀ ਹੈ? ਹੁਣ ਤੂੰ ਇੱਥੇ ਮਗਰਮੱਛ ਦੇ ਹੰਝੂ ਕੇਰਨ ਆ ਗਿਆ, ਉੱਥੇ ਐਲਾਨ ਕਰਵਾ ਕੇ ਆਉਂਦਾ ਵੀ ਭਾਈ ਜਿਹੜੀਆਂ ਇਨਸਾਫ ਮੋਰਚੇ ਦੀਆਂ ਇਨਸਾਫ ਨਹੀਂ ਮਿਲਿਆ, ਜਿਹੜੀਆਂ ਮੰਗਾਂ ਪੈਂਡਿੰਗ ਹੈਗੇ ਆ, ਮੈਂ ਉਹਨਾਂ ਨੂੰ ਆਪਣੀ ਜਿਹੜੀ ਸਰਕਾਰ ਦੀ ਤਰਫੋਂ ਉਹ ਕਰਵਾ ਕੇ ਫਿਰ ਇੱਥੇ ਆਉਂਦਾ, ਫਿਰ ਉਹਦੀ ਤੁਕ ਬਣਦੀ ਸੀ। ਹੁਣ ਤਾਂ ਸਮਝ ਲਓ ਮਗਰਮੱਛ ਦੇ ਹੰਝੂ ਕੇਰਨ ਆਇਆ, ਲੋਕਾਂ ਨੂੰ ਮੂਰਖ ਬਣਾਉਣ ਆਇਆ, ਜਿਵੇਂ ਆਮ ਸਾਰੀਆਂ ਪਾਰਟੀਆਂ ਕਰਦੀਆਂ ਉਵੇਂ ਉਹਨੇ ਮੂਰਖ ਬਣਾਇਆ। ਕੁੰਵਰ ਵਿਜੇ ਪ੍ਰਤਾਪ ਵੀ ਆਏ ਸੀਗੇ ਇੱਥੇ, ਉਹ ਕਹਿੰਦੇ ਸੀਗੇ ਕਿ ਮੈਂ ਜਿਹੜੀ ਸਿੱਟ ਦੀ ਜਾਂਚ ਉਹ ਮੁਖੀ ਰਹੇ ਨੇ ਉਸ ਟਾਈਮ ਦੇ ਵਿੱਚ, ਤੇ ਹੁਣ ਕਿੱਥੇ ਜੀ ਰਹਿ ਗਈ ਹੈ ਜਾਂਚ? ਉਹ ਕਹਿੰਦੇ ਕਿ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਇਨਸਾਫ ਦਵਾਵਾਂਗੇ। ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ। ਦੇਖੋ ਜੀ, ਕੁੰਵਰ ਵਿਜੇ ਪ੍ਰਤਾਪ ਜਿੰਨਾ ਚਿਰ ਉਹ ਸਿੱਟ ਦੇ ਵਿੱਚ ਰਹੇ ਆ ਮੁਖੀ,
ਜਿਹੜੀ ਉਹਨਾਂ ਦੀ ਕਾਰਵਾਈ ਹੈਗੀ ਨੇ, ਉਹਨਾਂ ਨੇ ਉਹਦੀ ਕਾਰਗੁਜ਼ਾਰੀ ਹੈਗੀ, ਉਹ ਸਲਾਹੁਣਯੋਗ ਹੈ, ਅਸੀਂ ਵੀ ਸਲਾਹੁਣੇ ਆ। ਪਰ ਜਦੋਂ ਉਹ ਇੱਕ ਪੋਲੀਟੀਕਲ ਪਾਰਟੀ ਦੇ, ਭਾਵੇਂ ਉਹ ਆਮ ਆਦਮੀ ਪਾਰਟੀ ਹੈ, ਇੱਕ ਵੋਟ ਪਾਰਟੀ ਦੇ ਲੀਡਰ ਦੇ ਤੌਰ ਤੇ ਆਉਂਦਾ, ਫਿਰ ਅਸੀਂ ਸਮਝਦੇ ਹਾਂ ਵੀ ਦੂਜੇ ਲੀਡਰਾਂ ਨੂੰ ਫਰਕ ਨਹੀਂ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਇੱਥੇ ਤਾਂ ਚੱਲ ਸਰਕਾਰ ਹੈ ਨਹੀਂ, ਦਿੱਲੀ 'ਚ ਤਾਂ ਤੁਹਾਡੀ ਸਰਕਾਰ ਰਹੀ ਹੈ, ਉੱਥੇ ਜਿਹੜੇ ਇਹੋ ਜਿਹੇ ਕਿੰਨੇ ਮਾਮਲੇ ਹੈਗੇ ਇਨਸਾਫ ਦੇ, ਅਦਾਲਤਾਂ 'ਚ ਜੇਲ੍ਹਾਂ 'ਚ ਲਟਕਦੇ ਰਹੇ ਨੇ। ਇੱਥੋਂ ਤੱਕ ਗੱਲ ਮਿਸਾਲ ਲੈਣੀ ਹੋਵੇ, ਕਾਲੇ ਕਾਨੂੰਨ ਨਾਲ ਹੀ ਸੀਗਾ। ਦਿੱਲੀ ਦੀ ਸਰਕਾਰ ਨੇ, ਦਿੱਲੀ 'ਚ ਵੀ ਖੇਤੀ ਹੈਗੀ ਹੈ, ਦਿੱਲੀ 'ਚ ਵੀ ਕਿਸਾਨ ਹੈਗੇ ਆ, ਦਿੱਲੀ ਦੀ ਸਰਕਾਰ ਨੇ ਉਹ 3 ਕਾਲੇ ਕਾਨੂੰਨਾਂ ਦੇ ਖਿਲਾਫ 5 ਸਾਲ ਭਰ ਘੋਲ ਚੱਲ ਗਿਆ। ਤਾਂ ਇਹਨਾਂ ਨੇ ਸਟੇਜ ਤੇ ਖੜ ਕੇ ਉਹ ਵਰਕਾ ਤਾਂ ਪਾੜਤਾ, ਪਰ ਆਪਦੀ ਅਸੈਂਬਲੀ ਦੇ ਵਿੱਚ ਉਹਨੂੰ ਖਾਰਜ ਕਰਨ ਦਾ ਕੋਈ ਮਤਾ ਲਿਆਂਦਾ ਹੋਵੇ, ਉਹ ਨਹੀਂ ਲਿਆਂਦਾ। ਕਿਉਂ ਨਹੀਂ ਲਿਆਂਦਾ? ਕਿਉਂਕਿ ਵੀ ਕਾਰਪੋਰੇਟਰ ਉਸ ਜਾਣਗੇ। ਇਸ ਕਰਕੇ ਉਸੇ ਕੇਜਰੀਵਾਲ ਦਾ ਹੀ ਬੰਦਾ ਨਾ ਹੁਣ ਅਸੀਂ ਇਹਨੂੰ ਸਿੱਟ ਦਾ ਮੁਖੀ ਨਹੀਂ ਹੁੰਦਾ। ਜੇ ਸਿੱਟ ਦੇ ਮੁਖੀ ਦੇ ਤੌਰ ਤੇ ਆਇਆ ਹੁੰਦਾ ਤਾਂ ਵਾਕਈ ਉਹਦੀ ਗੱਲ ਸੁਣਨਯੋਗ ਸੀ। ਹੁਣ ਉਹ ਆਇਆ ਕੇਜਰੀਵਾਲ ਦਾ ਇੱਕ ਕਰਿੰਦਾ ਬਣ ਕੇ। ਸੋ ਇਸ ਕਰਕੇ ਕੇਜਰੀਵਾਲ ਦਾ ਕਰਿੰਦਾ ਬਣ ਕੇ ਆਇਆ ਤਾਂ ਕੇਜਰੀਵਾਲ ਦੀ ਪਾਲਿਸੀ ਨੂੰ ਲਾਗੂ ਕਰੂਗਾ। ਬਰਗਾੜੀ ਦਾ ਵੀ ਮੋਰਚਾ ਸੀਗਾ ਸੁਰਜੀਤ ਸਾਹਿਬ, ਦੇਖੋ ਕਿ ਬਰਗਾੜੀ ਦੇ ਵਿੱਚ ਮੋਰਚਾ ਜਦੋਂ ਚੱਲਿਆ ਸੀਗਾ ਤਾਂ ਉਸ ਸਮੇਂ ਦੇ ਵਿੱਚ ਕਾਂਗਰਸ ਸਰਕਾਰ ਨੇ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਇਨਸਾਫ ਦਿਵਾਵਾਂਗੇ, ਤਾਂ ਉਹ ਮੋਰਚਾ ਚੁੱਕ ਲਿਆ ਗਿਆ ਸੀਗਾ, ਖਤਮ ਕਰ ਦਿੱਤਾ ਸੀਗਾ। ਤੇ ਹੁਣ ਇਸੇ ਸਟੇਜ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਵੀ ਹੁਣ ਫਿਰ ਦੁਬਾਰਾ ਵਾਅਦੇ ਸਾਹਮਣੇ ਆ ਰਹੇ ਨੇ, ਹੋਣਾ ਕੀ ਚਾਹੀਦਾ ਹੈਗਾ? ਦੇਖੋ ਜੀ, ਮੈਂ ਤਾਂ ਇਹੀ ਕਹੂੰਗਾ ਵੀ ਜਿਨ੍ਹਾਂ ਨੇ ਇਕੱਲਾ ਫੋਕੇ ਵਾਅਦੇ ਤੇ ਚੱਕ ਲਿਆ, ਇੱਕ ਮਿੰਟ, ਹੁਣ ਆਹੀ ਹੈ ਆਪਣਾ ਟੋਲ ਪਲਾਜ਼ੇ ਵਾਲੀ ਮਿਸਾਲ ਸੀਗੀ। ਸਾਨੂੰ ਵੀ ਕਹਿੰਦੇ ਸੀਗੇ ਵੀ ਕੋਈ ਨਹੀਂ, ਤੁਸੀਂ ਜਾਓ ਇੱਕ ਵਾਰੀ ਘਰੋਂ ਘਰੀ ਤੇ ਉਦੋਂ ਬਾਅਦ ਜਿਹੜੇ ਕਾਨੂੰਨ ਰੱਦ ਕਰ ਦਿਆਂਗੇ। ਅਸੀਂ ਆਖਿਆ ਆਧਾਰ ਨਹੀਂ ਕਰਨਾ, ਕਾਨੂੰਨ ਪਹਿਲਾਂ ਰੱਦ ਕਰੋ ਪਾਰਲੀਮੈਂਟ ਦੇ ਵਿੱਚ, ਉਦੋਂ ਬਾਅਦ ਜਾਵਾਂਗੇ। ਇਹ ਜਿਨ੍ਹਾਂ ਨੇ ਚੱਕਿਆ ਉਦੋਂ ਇੰਨੇ ਲੋਕਾਂ ਨੇ ਸਹਿਯੋਗ ਦਿੱਤਾ। ਮੈਂ ਤਾਂ ਕਹਿੰਦਾ ਜਿਹੜਾ ਬਰਗਾੜੀ ਮੋਰਚਾ ਪਹਿਲਾਂ ਲੱਗਿਆ ਸੀਗਾ, ਬਰਗਾੜੀ ਇਨਸਾਫ ਮੋਰਚਾ, ਜਿਹੜੇ ਆਗੂਆਂ ਨੇ ਉਹਦੀ ਅਗਵਾਈ ਕੀਤੀ ਹੈ, ਭਾਵੇਂ ਉਹ ਦਾਦੂਵਾਲ ਹੈ, ਭਾਵੇਂ ਉਹ ਮੰਡ ਹੈ, ਭਾਵੇਂ ਉਹ ਸਿਮਰਜੀਤ ਮਾਨ ਹੈ, ਜਿਨ੍ਹਾਂ ਨੇ ਫੋਕੇ ਵਿਸ਼ਵਾਸ ਦੇ ਆਧਾਰ ਤੇ ਚੱਕ ਲਿਆ, ਉਹਨੂੰ ਕਹਿੰਦੇ ਵੀ ਚੱਲ ਠੀਕ ਹੈ ਤੁਸੀਂ ਲਾਗੂ ਕਰੋ, ਅਸੀਂ ਮੋਰਚਾ ਉਠਾ ਦਿਆਂਗੇ। ਬਿਨਾਂ ਇਕੱਲੇ ਵਿਸ਼ਵਾਸ ਦੇ ਆਧਾਰ ਤੇ, ਫੋਕੇ ਵਿਸ਼ਵਾਸ ਦੇ ਆਧਾਰ ਤੇ ਠੀਕ ਹੈ ਵੀ ਆਪਣਾ ਉਹਨਾਂ ਦੀਆਂ ਨਿਗਾਹ 'ਚ ਚੰਗੇ ਬਣ ਗਏ, ਇਹ ਮੋਰਚਾ ਉੱਠਦਾ ਨਹੀਂ ਸੀਗਾ। ਇਹ ਵੀ ਭਾਈ ਉਹਨਾਂ ਨੇ ਕਿਹਾ, ਸਰਕਾਰ ਨੇ, ਸੁੱਖੀ ਰੰਧਾਵੇ ਨੇ ਕਿਹਾ ਵੀ ਭਾਈ ਤੁਸੀਂ ਸਾਡੇ ਕਹੇ ਚੱਕ ਲਓ। ਇਹਦਾ ਮਤਲਬ ਸੁੱਖੀ ਰੰਧਾਵੇ ਨਾਲ ਤਾਂ ਆਪਣੀ ਉਹਨਾਂ ਨੇ ਵਧੀਆ ਬਣਾ ਲਈ, ਸਰਕਾਰ ਨਾਲ ਬਣਾ ਲਈ ਵਧੀਆ, ਪਰ ਲੋਕਾਂ ਦਾ ਵਿਸ਼ਵਾਸਘਾਤੀ ਹੋ ਗਿਆ। ਉਸੇ ਵਿਸ਼ਵਾਸ ਜਿਹੜਾ ਠਾਇਆ ਇੱਥੋਂ ਮੋਰਚਾ, ਉਸੇ ਦਾ ਹੀ ਸਿੱਟੇ ਵਜੋਂ ਹੈ ਜਿਹੜੇ ਉਹ ਦੂਜਾ, ਅਸੀਂ ਤਾਂ ਕਹਿੰਦੇ ਵੀ ਜਿਹੜਾ ਉਹ ਪਾਵਰ 'ਚ ਆ ਗਏ, ਉਹ ਦਾਦੂਵਾਲ ਹੈ, ਉਹ ਹੁਣ ਇੱਕ ਮੰਤਰੀ ਜਿੰਨੀ ਪਾਵਰ ਹੈ ਉਹਦੀ ਇਹ। ਸੋ ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਜਿਹੜਾ ਉਹ ਚੱਕਿਆ ਵੀ ਗਿਆ, ਉਹਦੇ ਵਿੱਚ ਵੀ ਲੋਕਾਂ ਨਾਲ ਵਿਸ਼ਵਾਸਘਾਤੀ ਹੋਇਆ। ਜੇ ਉਹ ਜਿਵੇਂ ਦਿੱਲੀ ਵਾਲਾ ਮੋਰਚਾ ਸੀਗਾ ਵੀ ਭਾਈ ਅਸੀਂ ਉਹਨਾਂ ਚਿਰ ਨਹੀਂ ਉੱਠਦੇ ਜਿੰਨਾ ਚਿਰ ਤੱਕ ਜਿਹੜੀਆਂ ਇਹਦੀਆਂ ਭਾਵੇਂ ਦੋਸ਼ੀ ਹੈ ਉਹ ਫੜ ਕੇ ਨਹੀਂ ਅੰਦਰ ਦਿੱਤੇ, ਜਿਹੜੇ ਭਾਵੇਂ ਕੋਈ ਸਿਆਸੀ ਲੀਡਰ ਹੈ ਉਹਦੇ ਵਿੱਚ, ਭਾਵੇਂ ਸੁਖਬੀਰ ਬਾਦਲ ਹੈ, ਭਾਵੇਂ ਉਹ ਕੋਈ ਹੋਰ ਅਧਿਕਾਰੀ ਹੈ, ਭਾਵੇਂ ਪੁਲਿਸ ਅਧਿਕਾਰੀ ਹੈ, ਜਿੰਨਾ ਚਿਰ ਤੱਕ ਉਹ ਅੰਦਰ ਨਹੀਂ ਹੁੰਦੇ ਉਹਨਾਂ ਚਿਰ ਨਹੀਂ ਛੋੜਦੇ। ਜੇ ਅੜ ਜਾਂਦੇ ਤਾਂ ਮਤਲਬ ਜਿੰਨੀ ਮੂਵਮੈਂਟ ਬਣੀ ਸੀਗੀ, ਜਿੰਨਾ ਉਹਦਾ ਪ੍ਰੈਸ਼ਰ ਬਣਿਆ ਸੀਗਾ, ਸ਼ਾਇਦ ਉਹਨਾਂ ਨੂੰ ਕਰਨੇ ਪੈਂਦੇ, ਪਰ ਉਹਨਾਂ ਨੇ ਆਪਦੀਆਂ ਲਿਹਾਜ਼ਾਂ ਵੀ, ਹੁਣ ਕੈਪਟਨ ਸੀਗਾ, ਉਹਨਾਂ ਦੀ ਬਾਦਲ ਪਰਿਵਾਰ ਨਾਲ ਸਾਰੀ ਦੁਨੀਆ ਜਾਣਦੀ ਆ ਵੀ ਨੇੜਤਾ ਹੈਗੀ ਹੈ, ਬਾਦਲ ਪਰਿਵਾਰ ਨਾਲ ਵੀ ਰੱਖ ਲਈ, ਤੇ ਇਧਰੋਂ ਇਹਨਾਂ ਨੂੰ ਲੀਡਰਾਂ ਨੂੰ ਗੱਲ ਕਰਕੇ ਲੋਕਾਂ ਨਾਲ ਵੀ ਵਿਸ਼ਵਾਸਘਾਤ ਕਰ ਗਿਆ ਇਹ। ਸੁਰਜੀਤ ਸਾਹਿਬ, ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਸਿਆਸਤ ਤੋਂ ਬਿਨਾ ਇਹ ਮੋਰਚੇ ਜਿਹੜੇ ਨੇ ਉਹ ਜਿੱਤੇ ਜਾਂਦੇ ਨੇ, ਭਾਵੇਂ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਆਪਣਾ ਸਟੇਜ ਲੱਗੀ ਸੀ ਦਿੱਲੀ ਤੇ, ਉਹ ਵੀ ਇਦਾਂ ਹੀ ਜਿੱਤਾ ਗਿਆ, ਤੇ ਹੁਣ ਇੱਥੇ ਵੀ ਤੁਸੀਂ ਗੱਲ ਕੀਤੀ ਹੈਗੀ, ਪਰ ਜਿਹੜਾ ਹੁਣ ਇਸ ਵੇਲੇ ਜਿਹੜਾ ਸੰਯੁਕਤ ਸਮਾਜ ਮੋਰਚੇ ਦਾ ਵੀ ਗਠਨ ਹੋ ਗਿਆ ਹੈਗਾ, ਉਸ ਨੂੰ ਲੈ ਕੇ ਕਿਵੇਂ ਵੇਖ ਰਹੇ ਹੋ? ਤੁਸੀਂ ਤਾਂ ਕਹਿ ਰਹੇ ਹੋ ਕਿ ਵੀ ਅਸੀਂ ਸਮਰਥਨ ਨਹੀਂ ਕਰਦੇ ਹੈਗੇ, ਪਰ ਜਿਹੜੀ 22 ਕਿਸਾਨ ਜਥੇਬੰਦੀਆਂ ਨੇ ਉਹ ਇਕੱਠੇ ਹੋ ਕੇ ਮੋਰਚਾ ਉਹਨਾਂ ਨੂੰ ਮੰਚ ਤਿਆਰ ਕਰ ਦਿੱਤਾ, ਪਾਰਟੀ ਦਾ ਗਠਨ ਕਰ ਦਿੱਤਾ, ਹੁਣ ਕਿੱਦਾਂ ਪੰਜਾਬ ਦੇ ਵਿੱਚ ਜਾਣਗੇ, ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਜੀ, ਅਸੀਂ ਉਹਨਾਂ ਨੂੰ ਵੀ ਕਿਹਾ ਸੀਗਾ ਪਹਿਲਾਂ, ਸਾਡੀ ਜਿੱਦੇ ਉਹਨਾਂ ਨੇ ਕੱਲ ਬਣਾਇਆ ਇਹ ਚੋਣ ਲੜਨ ਦੀ ਖਾਤਰ ਪਾਰਟੀ ਬਣਾਈ ਹੈ, ਚੋਣਾਂ 'ਚ ਕੁੱਦਣ ਦੀ ਖਾਤਰ 22 ਜਥੇਬੰਦੀਆਂ ਕਹਿੰਦੇ ਚੱਲ 22 ਆ 20 ਆ ਜਿੰਨੀਆਂ ਵੀ ਹੈਗੀਆਂ ਨੇ। ਉਦੋਂ ਪਹਿਲਾਂ ਅਸੀਂ ਇਕੱਠਿਆਂ ਦੀ ਵੀ, ਸਾਡੀ ਬੱਤੀਆਂ ਦੀ ਮੀਟਿੰਗ ਹੋਈ ਇੱਕ ਦਿਨ ਪਹਿਲਾਂ, ਅਸੀਂ ਉੱਥੇ ਨੂੰ ਕਿਹਾ ਸੀਗਾ ਵੀ ਇਹਦੇ 'ਚ ਫਾਇਦਾ ਨਹੀਂ ਕੋਈ ਜਾਣ ਦਾ ਚੋਣਾਂ 'ਚ, ਇਸ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਇੱਕ ਪ੍ਰੈਸ਼ਰ ਗਰੁੱਪ ਵਜੋਂ ਰੱਖੋ, ਐਂ ਸਮਝ ਲਾ ਵੀ ਇਹ ਸੰਯੁਕਤ ਕਿਸਾਨ ਮੋਰਚਾ ਸਰਕਾਰ ਹੀ ਹੈ ਤੁਹਾਡੀ, ਜਦੋਂ ਵੀ ਕੋਈ ਸਰਕਾਰ ਗੱਲ ਨਹੀਂ ਮੰਨਦੀ ਇਹਦੇ ਵੱਲੋਂ ਬਿਆਨ ਆਵੇ ਵੀ ਜੇ ਤੁਸੀਂ ਨਹੀਂ ਮੰਨਦੇ ਤਾਂ ਫਿਰ ਅਸੀਂ ਆਉਣੇ ਆ ਸੜਕਾਂ ਤੇ, ਜਿਵੇਂ ਦਿੱਲੀ ਸੜਕਾਂ ਤੇ ਆਏ ਆ, ਇਸੇ ਪੰਜਾਬ ਨਾਲ ਵੀ ਆਉਣੇ ਆ। ਜੇ ਕੋਈ ਡੀਸੀ ਨਹੀਂ ਮੰਨਦਾ ਉਹਨੂੰ ਕਹਿਣਾ ਚਾਹੀਦਾ ਵੀ ਅਸੀਂ ਆਉਣੇ ਆ, ਵੀ ਇਹ ਪ੍ਰੈਸ਼ਰ ਗਰੁੱਪ ਵਜੋਂ ਲੋਕਾਂ ਦਾ, ਪਿੰਡਾਂ ਵਾਲਿਆਂ ਦਾ, ਕਿਸਾਨਾਂ ਮਜ਼ਦੂਰਾਂ ਦਾ ਵੱਧ ਫਾਇਦਾ ਕਰ ਸਕਦਾ। ਤੇ ਜੇ ਤੁਸੀਂ ਚੋਣਾਂ 'ਚ ਜਾਓਗੇ ਤੁਸੀਂ ਤਾਂ ਇਹਦੇ ਨਾਲ, ਇਸ ਨਾਲ ਜਿਹੜਾ ਇਹ ਕਮਜ਼ੋਰ ਹੋਊਗਾ, ਆਪਣਾ ਅੰਦੋਲਨ ਵੀ ਕਮਜ਼ੋਰ ਹੋਊਗਾ, ਕਿਉਂਕਿ ਉਹਨਾਂ ਨੇ ਤਾਂ ਹੁਣ ਕੱਲ ਕਹਿਤਾ ਵੀ ਅੰਦੋਲਨ ਭਾਈ ਖਤਮ ਹੋ ਗਿਆ, ਅਸੀਂ ਤਾਂ ਚੋਣਾਂ 'ਚ ਆਏ ਆ। ਅੰਦੋਲਨ ਕਿੱਥੋਂ ਖਤਮ ਹੋ ਗਿਆ? ਅਸੀਂ ਜਿੱਦੇ ਦਿੱਲੀੋਂ ਆਏ ਆ, ਅਸੀਂ ਕਿਹਾ ਵੀ ਕੋਈ ਖਤਮ ਨਹੀਂ, ਮੰਗਾਂ ਹਜੇ ਰਹਿੰਦੀਆਂ ਨੇ, ਉਹਦੀ ਖਾਤਰ ਆਪਾਂ ਕੁਝ ਮਹੀਨਿਆਂ ਲਈ
ਇਹਨੂੰ ਮੁਲਤਵੀ ਕੀਤਾ ਵੀ ਤਾਂ ਕਿ ਜਿਹੜੀਆਂ ਫੌਜਾਂ ਹੈਗੀਆਂ ਨੇ ਕੁਛ ਦਮ ਵੀ ਲੈ ਲੈਣ, ਕੁਛ ਉਹਦੀ ਤਿਆਰੀ ਵੀ ਹੋ ਜੇ ਵੀ ਆਪਾਂ ਨੂੰ 1-2 ਮਹੀਨਿਆਂ ਬਾਅਦ ਦੁਬਾਰੇ ਇਹ ਦਿੱਲੀ ਮੋਰਚੇ ਦੇ ਖਿਲਾਫ ਜੇ ਉਹਨਾਂ ਨੇ ਜਿਹੜੇ ਹੁਣ 6 ਮੰਗਾਂ ਤੇ ਉਹਨਾਂ ਨੇ ਲਿਖਤੀ ਵਾਅਦਾ ਕੀਤਾ, ਕਾਨੂੰਨ ਤਾਂ ਰੱਦ ਕਰਤੇ, ਉਹਨਾਂ ਦਾ ਤਾਂ ਜੂੜ ਵੱਢਿਆ ਗਿਆ। ਬਾਕੀ ਐਮਐਸਪੀ ਵਾਲੀ ਮੰਗ ਤੇ ਬਾਕੀ ਕੇਸਾਂ ਜਿਹੜੇ ਕੇਸ ਬਣੇ ਆ ਥਾਣਿਆਂ 'ਚ ਉਹਨਾਂ ਦੀ ਵਾਪਸੀ ਦੀ, ਸ਼ਹੀਦ ਪਰਿਵਾਰਾਂ ਨੂੰ ਕੰਪਨਸੇਸ਼ਨ ਦੀ, ਉਹ ਮੰਗਾਂ ਐਮਐਸਪੀ ਵਾਲੀ ਉਹ ਸਾਰੀਆਂ ਪਈਆਂ ਨੇ ਅਜੇ ਉਹਨਾਂ ਤੇ ਉਹਨਾਂ ਨੇ ਲਿਖਤੀ ਵਾਅਦਾ ਕਰ ਲਿਆ, ਪਾਰਲੀਮੈਂਟ 'ਚ ਬਿਆਨ ਦੇਤਾ, ਚਿੱਠੀ ਤੇ ਉਹ ਉਹਨਾਂ ਨੇ ਵਾਅਦਾ ਕਰ ਲਿਆ। ਉਹ ਅਸੀਂ ਵੇਖਾਂਗੇ ਉਹ ਜੇ ਉਹ ਲਿਖਤੀ ਵਾਅਦੇ ਤੇ ਜੇ ਤਾਂ ਉਹਨੇ ਪੂਰਾ ਕਰਤਾ ਠੀਕ ਹੈ, ਤੇ ਨਹੀਂ ਫਿਰ ਉਹ ਸਮਝ ਲਓ ਵੀ ਉਹਨਾਂ ਦੇ ਅੰਦੋਲਨ ਚੱਲੂਗਾ ਉਹਨਾਂ ਦੇ ਖਿਲਾਫ। ਸੋ ਇਸ ਕਰਕੇ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਚੋਣਾਂ ਵਾਲੀ ਗਦੀ ਗੇਟ 'ਚ ਨਾ ਪਾਓ, ਇਹ ਖੂਹ 'ਚ ਨਾ ਡਿੱਗੋ। ਪਰ ਭਾਈ ਜਿਨ੍ਹਾਂ ਨੂੰ ਐ ਹੁੰਦਾ ਵੀ ਹੁਣ ਆਪਣੀ ਹਵਾ ਬਣੀ ਹੋਈ ਹੈ ਤੇ ਹੁਣ ਆਪਾਂ ਛੇਤੀ ਇੱਧਰ ਵੀ ਲੁੱਟ ਗਏ ਸੇਕ ਲਗੇ ਆਪਾਂ, ਜਾਂ ਕੋਈ ਨੂੰ ਐ ਹੁੰਦਾ ਵੀ ਮੈਂ ਐਮਐਲਏ ਬਣ ਜਾਊਂ, ਕਿਸੇ ਨੂੰ ਕੋਈ ਫੀਲਿੰਗ ਲੈ ਮੰਤਰੀ ਦੀ ਲੈ ਰਿਹਾ, ਕੋਈ ਮੁੱਖ ਮੰਤਰੀ ਦੀ ਵੀ ਫੀਲਿੰਗ ਲੈ ਰਹੇ ਨੇ, ਉਹ ਇਹੋ ਜਿਹੇ ਵੀ ਹੈਗੇ ਵਿੱਚ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਰਾਜੇਵਾਲ ਸਾਹਿਬ ਜੀ। ਚਲੋ ਹਾਂ ਕੋਈ ਆਪਾਂ ਨਾਂ ਲੈਣ ਦੀ ਲੋੜ ਨਹੀਂ ਵੀ। ਇਸ ਕਰਕੇ ਅਸੀਂ ਉਹਨਾਂ ਨੂੰ ਤਾਂ ਹੁਣ ਆਹੀ ਕਹਾਂਗੇ ਵੀ ਭਾਈ ਜੇ ਹੁਣ ਡਿੱਗ ਪਏ ਤੁਸੀਂ ਖੂਹ 'ਚ, ਇਹਨਾਂ ਦੇ ਐ ਨਹੀਂ ਵੀ ਐਮਐਲਏ ਬਣ ਕੇ, ਐਮਐਲਏ ਤਾਂ ਪਹਿਲਾਂ ਵੀ ਸੀਗੇ, ਹੁਣ ਕਾਨੂੰਨ ਐਮਐਲਏ ਨੇ ਥੋੜਾ ਰੱਦ ਕਰਾਤੇ ਐਮਪੀਆਂ ਨੇ, ਕਾਨੂੰਨ ਤਾਂ ਜਨਤਾ ਨੇ ਰੱਦ ਕਰਾਇਆ, ਐਮਐਲਏ ਐਮਪੀ ਨੇ ਤਾਂ ਕਿਸੇ ਨੇ ਨਹੀਂ ਕਰਾਏ। ਤੇ ਉਹੇ ਜਿਹੇ ਐਮਐਲਏ ਬਣ ਕੇ ਇਹ ਬਹਿ ਵੀ ਜਾਣਗੇ, ਠੀਕ ਹੈ, ਆਪਦਾ ਸਾਨੂੰ ਨਹੀਂ ਲੱਗਦਾ ਕੋਈ ਬਾਹਲਾ ਕਿਸਾਨਾਂ ਦਾ ਫਰਕ ਪਾ ਦੇਣਗੇ। ਵਿਰੋਧ ਕਰੋਗੇ? ਅਸੀਂ ਵਿਰੋਧ ਦੀ ਗੱਲ ਨਾ ਕਹੋ, ਅਸੀਂ ਜਿਵੇਂ ਹੁਣ ਸਵਾਲ ਦੀ ਗੱਲ ਕਰ ਲੈਂਦੇ, ਸਵਾਲ ਕਰੋਗੇ ਜਿੱਦਾਂ ਬਾਕੀ ਸਿਆਸੀ ਪਾਰਟੀਆਂ ਨੇ ਕੀਤੇ। ਬਿਲਕੁਲ, ਕਿਉਂਕਿ ਹੁਣ ਉਹ ਇੱਕ ਸਿਆਸੀ ਲੀਡਰ ਦੇ ਤੌਰ ਤੇ ਆਉਣਗੇ ਵੀ ਭਾਈ ਸਾਡੀ ਸਰਕਾਰ ਬਣਾਓ, ਸਾਨੂੰ ਵੋਟਾਂ ਪਾਓ, ਇੱਕ ਸਿਆਸੀ ਪਾਰਟੀ ਦੇ ਤੌਰ ਤੇ ਆਉਣਗੇ ਨਾ। ਫਿਰ ਉਹਨਾਂ ਨਾਲ ਜਿਵੇਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਸਵਾਲ ਪੁੱਛੇ ਜਾਂਦੇ ਆ, ਅਸੀਂ ਲੋਕਾਂ ਨੂੰ ਕਹਾਂਗੇ ਵੀ ਇਹਨਾਂ ਨੂੰ ਵੀ ਸੱਥਾਂ 'ਚ ਜਦੋਂ ਵੋਟਾਂ ਮੰਗਣ ਆਏ ਉਵੇਂ ਸਵਾਲ ਪੁੱਛਿਓ। ਅੰਦੋਲਨ ਨਾਲ ਜੁੜਦੇ ਜਿਹੜੇ ਸਵਾਲ ਹੈ, ਅੰਦੋਲਨ 'ਚ ਇਹਨਾਂ ਦਾ ਕੀ ਰੋਲ ਰਿਹਾ, ਉਹ ਬਥੇਰਾ ਕੁਝ ਬਾਹਰ ਆ ਜਾਊਗਾ। ਦੀਪ ਸਿੱਧੂ ਨੇ ਇਹ ਗੱਲ ਕਹਿਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ 32 ਕਿਸਾਨ ਜਥੇਬੰਦੀਆਂ ਸੀ, ਉਹਨਾਂ ਦੇ ਵਿੱਚੋਂ 22 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਕਿ ਹੁਣ 22 ਬਿੱਲੀਆਂ ਜਿਹੜੀਆਂ ਨੇ ਉਹ ਥੱਲੇ 'ਚੋਂ ਬਾਹਰ ਆ ਗਈਆਂ ਨੇ। ਹਾਂ ਨਹੀਂ, ਉਹ ਤਾਂ ਸਾਰੇ ਸਵਾਲ ਹੁਣ ਉਹਨਾਂ ਨੂੰ ਸਾਹਮਣਾ ਕਰਨਾ ਪਊਗਾ। ਕੋਈ ਭਾਵੇਂ ਉੱਥੇ ਜਿਹੜਾ ਲੱਖਾਂ ਰੁਪਇਆ ਫੰਡ ਹੋਇਆ, ਕਰੋੜਾਂ ਰੁਪਇਆ, ਲੱਖਾਂ ਨਹੀਂ ਕਹਿ ਸਕਦੇ, ਉਹਦਾ ਫੰਡ ਦਾ ਹਿਸਾਬ ਹਜੇ ਵਿੱਚੇ ਪਿਆ। ਹੋਰ ਕਿੰਨੀਆਂ ਅੰਦਰੂਨੀ ਜਿਹੜੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਉਹਨਾਂ ਨੂੰ ਸਵਾਲ ਕਰਨੀਆਂ ਹੁਣ ਤੱਕ ਨਹੀਂ ਉਹ ਬਾਹਰ ਆਈਆਂ ਵੀ ਤਾਂ ਕਿ ਆਪਾਂ ਇੱਕ ਵਾਰੀ ਮੋਰਚਾ ਜਿੱਤ ਲਈਏ ਬਾਹਰ, ਜਦੋਂ ਜਿੱਤ ਕੇ ਪੰਜਾਬ ਜਾਵੜੇ ਫਿਰ ਇਹਨਾਂ ਨੂੰ ਸਵਾਲ ਪੁੱਛਾਂਗੇ ਵੀ ਫਲਾਣੇ ਮੌਕੇ ਆ ਬਿਆਨ ਤੂੰ ਕਿਉਂ ਦਿੱਤਾ, ਫਲਾਣੇ ਮੌਕੇ 26 ਜਨਵਰੀ ਨੂੰ ਜਿਹੜੇ ਨੇ ਉੱਥੇ ਸਟੇਜਾਂ ਤੇ ਬੋਲਿਆ ਵੀ ਜਿਹੜੇ ਗਾਹਾਂ ਕਿਲੇ ਤੱਕ ਗਏ ਨੇ ਉਹ ਗਦਾਰ ਹੈ ਸਾਰੇ, ਉਹ ਸਰਕਾਰ ਦੇ ਏਜੰਟ ਹੈ, ਵੀ ਤੇਰੇ ਕੋਲੇ ਕਿਹੜਾ ਸਰਟੀਫਿਕੇਟ ਆ ਗਿਆ, ਜਿਨ੍ਹਾਂ ਨੇ ਕੇਸਰੀ ਨਿਸ਼ਾਨ ਚਲਾਇਆ ਉਹ ਵੀ ਗਦਾਰ ਹੈ। ਉਹ ਸਾਰੇ ਸਵਾਲ ਉਹਨੂੰ ਪੁੱਛਣੇ ਚਾਹੀਦੇ ਆ ਵੀ ਤੂੰ ਇਕੱਲਾ ਹੀ ਸਰਦਾਰ ਬਣ ਗਿਆ, ਬਾਕੀ ਸਾਰੇ ਜਿਹੜੇ ਲੱਖਾਂ ਲੋਕ ਆ ਜਿਹੜੇ ਸੜਕ ਤੇ ਗਏ ਉਹ ਸਾਰੇ ਗਦਾਰ ਬਣ ਗਏ। ਇਹ ਸਾਰੇ ਸਵਾਲ। ਜਾਂ ਅਗਲਾ ਸਵਾਲ ਹੈ ਵੀ ਜਿਹੜਾ ਜਦੋਂ ਕੋਈ ਪੋਲੀਟੀਕਲ ਲੀਡਰ ਦੇ ਤੌਰ ਤੇ ਆਉਂਦਾ, ਪਾਰਟੀ ਦੇ ਤੌਰ ਤੇ ਆਉਂਦਾ, ਤਾਂ ਉਹਦਾ ਇੱਕ ਸਿਆਸੀ ਬਦਲ ਹੁੰਦਾ ਉਹਦੇ ਕੋਲੇ ਵੀ ਮੈਂ ਬੇਰੁਜ਼ਗਾਰੀ ਦਾ ਮਸਲਾ ਐ ਹੱਲ ਕਰੂੰਗਾ, ਬਲੂ ਪ੍ਰਿੰਟ ਹੁੰਦਾ ਉਹਦੇ ਕੋਲੇ। ਐ ਨਹੀਂ ਹੁੰਦਾ ਵੀ ਮੈਨੂੰ ਇੱਕ ਵਾਰੀ ਸਰਕਾਰ 'ਚ ਭੇਜ ਦਿਓ, ਪਹਿਲਾਂ ਬਲੂ ਪ੍ਰਿੰਟ ਹੁੰਦਾ ਵੀ ਤੂੰ ਖੇਤੀ ਸੰਕਟ ਨੂੰ ਕਿਵੇਂ ਹੱਲ ਕਰੇਗਾ, ਤੂੰ ਆਹ ਜਿਹੜਾ ਆਪਣਾ ਬੇਰੁਜ਼ਗਾਰੀ ਦਾ ਮਸਲਾ ਕਿਵੇਂ ਹੱਲ ਕਰੇਗਾ, ਨਸ਼ਿਆਂ ਵਾਲਾ ਕਿਵੇਂ ਹੱਲ ਕਰੇਗਾ, ਦੂਜਿਆਂ ਨਾਲੋਂ ਤੇਰੇ ਬਲੂ ਪ੍ਰਿੰਟ ਦਾ ਫਰਕ ਕੀ ਹੈ। ਜਿਹੜਾ ਇਹ ਗੁਲਾਮ ਹੈ ਭਾਰਤ WTO ਦਾ, ਜਿਹੜੀ ਵਿਸ਼ਵ ਵਪਾਰ ਸੰਸਥਾ, ਉਹਦੀ ਗੁਲਾਮੀ 'ਚੋਂ ਤੂੰ ਇਹਨੂੰ ਕਿਵੇਂ ਕੱਢੇਗਾ। ਇਹ ਸਾਰੇ ਸਵਾਲ ਹੈ। ਮੈਂ ਕਹਿੰਦਾ ਇਹ ਨਹੀਂ ਵੀ ਆਪਾਂ ਉਹਦਾ ਵਿਰੋਧ ਕਰੋ ਜਾਂ ਉਹਦੀ ਬੇਇੱਜ਼ਤੀ ਕਰੋ, ਸਵਾਲ ਕਰਨਾ ਜ਼ਰੂਰੀ। ਉਹਨਾਂ ਨੂੰ ਖੜਾ ਕੇ ਇਕੱਠ ਦੇ ਵਿੱਚ ਵੀ ਵੋਟਾਂ ਫੇਰ ਮੰਗਿਓ, ਪਹਿਲਾਂ ਇਹਨਾਂ ਸਾਲਾਂ ਦੇ ਜਵਾਬ ਦਿਓ। ਉਹਨਾਂ ਨੂੰ ਸਵਾਲ ਕਰਨੇ ਚਾਹੀਦੇ ਦੂਜੀਆਂ ਪਾਰਟੀਆਂ ਨੂੰ। ਫੂਲ ਸਾਹਿਬ, ਇੱਕ ਲਾਸਟ ਸਵਾਲ ਹੈ ਤੇ ਅਹਿਮ ਸਵਾਲ ਹੈ। ਨਰਿੰਦਰ ਸਿੰਘ ਤੋਮਰ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਮੁੜ ਤੋਂ ਫੇਰ ਇੱਕ ਵਾਰੀ ਫੇਰ ਜਿਹੜੇ ਸੂਬਿਆਂ ਦੇ ਵਿੱਚ ਲਾਗੂ ਕੀਤੇ ਜਾਣਗੇ, ਇਸ ਤਰੀਕੇ ਸਟੇਟਮੈਂਟ ਸਾਹਮਣੇ ਆ ਰਹੀਆਂ ਨੇ। ਕੀ ਲੱਗਦਾਗਾ ਦੁਬਾਰਾ ਤੋਂ ਜੇਕਰ ਅੰਦੋਲਨ ਦੀ ਜ਼ਰੂਰਤ ਪਈ ਤਾਂ, ਕਿਉਂਕਿ 22 ਜਥੇਬੰਦੀਆਂ ਤਾਂ ਇੱਧਰ ਆ ਗਈਆਂ ਨੇ ਸਿਆਸਤ ਦੇ ਵਿੱਚ, ਤੇ ਹੁਣ ਕਿੱਦਾਂ ਹੋਊਗਾ ਅੰਦੋਲਨ ਜੇ ਦੁਬਾਰਾ ਲੋੜ ਪਈ? ਇਹ ਬਿਆਨ ਉਹਨਾਂ ਦਾ ਕੱਲ ਆਇਆ, ਇਹ ਉਹਨਾਂ ਦੀ ਜਿਹੜਾ ਅਸਲ ਗੁਪਤ ਏਜੰਡਾ, ਉਹ ਤਾਂ ਵੈਸੇ ਅੱਜ ਉਹ ਬਿਆਨ ਤੋਂ ਮੁੱਕਰ ਗਿਆ। ਉਹ ਅੱਜ ਵਾਲਾ ਜੇ ਤੁਸੀਂ ਬਿਆਨ ਪੜ੍ਹੋ ਵੀ ਨਹੀਂ ਮੇਰਾ ਉਹ ਬਿਆਨ ਕੱਲ ਵਾਲਾ ਗਲਤ ਲਾਤਾ ਪ੍ਰੈਸ ਨੇ, ਮੇਰਾ ਇਹ ਬਿਆਨ ਨਹੀਂ। ਉਹ ਪਰ ਪ੍ਰੈਸ ਨੇ ਤਾਂ ਆਪਾਂ ਕਹਿ ਦਿਆਂਗੇ ਵੀ ਆਡਿਟ ਗਲਤ ਕਰਤਾ, ਛਾਪ ਗਲਤ ਦਿੱਤਾ, ਜਿਹੜਾ ਉਹਦੇ ਮੂੰਹੋਂ ਬੋਲਿਆ ਉਹਨੂੰ ਕਿਵੇਂ ਕਹਿ ਦੂ ਵੀ ਗਲਤ ਹੋਇਆ। ਉਹ ਅਸਲ ਵਿੱਚ ਉਹਦੇ ਮੂੰਹੋਂ ਨਿਕਲ ਗਈ ਗੱਲ ਵੀ ਭਾਈ ਇਹ ਇੱਕ ਕਦਮ ਅਸੀਂ ਪਿੱਛੇ ਹਟੇ ਆ ਕਾਨੂੰਨ ਵਾਪਸ ਕਰਕੇ, ਪਰ ਇਹ ਕਾਨੂੰਨ ਬਹੁਤ ਫਾਇਦੇਮੰਦ ਹੈ। ਅਸੀਂ ਇਹ ਕਾਨੂੰਨਾਂ ਨੂੰ ਲੋਕਾਂ ਨੂੰ ਸਹਿਮਤ ਕਰਕੇ ਦੁਬਾਰੇ ਲੈ ਕੇ ਆਵਾਂਗੇ। ਇਹ ਬਿਆਨ ਉਹਦੇ ਚੋਂ ਨਿਕਲ ਗਿਆ ਉਹ ਮੂੰਹ ਚੋਂ। ਤੇ ਫਿਰ ਦਬਾਅ ਕਿੱਦਾਂ ਬਣੂਗਾ? ਪ੍ਰੈਸ਼ਰ ਗਰੁੱਪ ਤਾਂ ਇੱਧਰ ਸਿਆਸਤ ਪਾਸੇ ਆ ਗਏ ਨਹੀਂ ਜਾਣਾ 22 ਨੇ। ਨਹੀਂ, ਉਹਦੇ ਨਾਲ ਆਏ ਨੇ ਵੀ ਸਾਰੇ ਸਿਆਸਤ 'ਚ ਆ ਗਏ। ਵੱਡਾ ਹਿੱਸਾ ਜਿਹੜਾ ਹੈਗਾ ਇਹ ਪੰਜਾਬ ਦੇ ਆਏ ਨੇ, ਬਾਕੀ ਸੂਬੇ ਵਾਲੇ ਤਾਂ ਸਾਰੇ ਖੜੇ ਆ ਅੰਦੋਲਨ ਵਾਲੀ ਗੱਲ ਤੇ ਖੜੇ ਹੋਏ ਨੇ ਵੀ ਇਹਨੂੰ ਆਪਣਾ SKM ਨੂੰ ਪ੍ਰੈਸ਼ਰ ਗਰੁੱਪ ਵਜੋਂ ਵਰਤਾਂਗੇ। ਫਰਕ ਪਊਗਾ ਫੂਲ ਸਾਹਿਬ ਤੁਹਾਨੂੰ ਲੱਗਦਾਗਾ? ਸਾਨੂੰ ਐ ਲੱਗਦਾ ਵੀ ਇਹਦਾ ਨੁਕਸਾਨ ਇਹਦਾ ਹੋਊਗਾ ਅੰਦੋਲਨ ਦਾ। ਕਿਉਂਕਿ ਅੰਦੋਲਨ ਦਾ ਨੁਕਸਾਨ ਕਿਵੇਂ ਹੋਊਗਾ ਵੀ ਕਿੱਥੇ ਤਾਂ ਜਿਹੜਾ 1.5-2 ਮਹੀਨੇ ਹੁਣ ਅਸੀਂ ਅਗਲੇ ਅੰਦੋਲਨ ਦੀ ਤਿਆਰੀ ਕਰਨੀ ਸੀਗੀ, ਪਿੰਡਾਂ 'ਚ ਮੀਟਿੰਗਾਂ ਕਰਨੀਆਂ ਸੀਗੀਆਂ, ਦੂਜੇ ਸੂਬਿਆਂ ਦੇ ਵਿੱਚ ਜਿਨ੍ਹਾਂ 'ਚ ਹਜੇ MSP ਦਾ ਪ੍ਰਚਾਰ ਹੈ ਨਹੀਂ ਉਹਨਾਂ 'ਚ ਗੇੜੇ ਲਾ ਕੇ
ਉੱਥੋਂ ਦੀਆਂ ਲੋਕਲ ਛੋਟੀਆਂ ਪੰਚਾਇਤਾਂ ਕਰਕੇ ਛੋਟੇ ਇਕੱਠ ਕਰਕੇ ਉਹਨਾਂ ਨੂੰ ਅੰਦੋਲਨ ਵਾਸਤੇ ਤਿਆਰ ਕਰਨਾ ਸੀ। ਕਿੱਥੇ ਹੁਣ ਜਿਹੜੇ ਇਹ 22 ਤੁਰ ਪਏ ਚੋਣਾਂ 'ਚ, ਇਹਨਾਂ ਨੂੰ ਤਾਂ ਸਮਝ ਲਓ ਵੀ ਇਹ ਤਾਂ ਮੂੰਹ ਹੀ ਕਹਿਤਾ ਇਹਨਾਂ ਨੇ ਤਾਂ ਵੀ ਅੰਦੋਲਨ ਤਾਂ ਖਤਮ ਹੋ ਗਿਆ, ਹੁਣ ਕੰਮ ਚੋਣਾਂ ਦਾ ਰਹਿ ਗਿਆ। ਇਹਨਾਂ ਨੂੰ ਤਾਂ ਚੋਣਾਂ ਸੁੱਝਣਗੀਆਂ ਵੀ ਵੋਟਾਂ ਕਿਵੇਂ ਲੈਣੀਆਂ। ਇਹਨਾਂ ਨੂੰ ਹੁਣ ਉਹਨਾਂ ਚਿਰ ਕੋਈ MSP ਕੋਈ ਹੋਰ ਚੀਜ਼ ਨਹੀਂ ਇਹਨਾਂ ਨੂੰ ਸੁੱਝਣੀ। ਸੋ ਇਸ ਕਰਕੇ ਉਹਨਾਂ ਕੁ ਨੁਕਸਾਨ ਅਸੀਂ ਕਹਿਣਾ ਵੀ ਜਿੰਨਾ ਕੁ ਧਿਆਨ ਹੈ ਜਿਹੜਾ ਜਿੱਥੇ ਸਾਰੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਲੋਕਾਂ ਦਾ ਧਿਆਨ ਅੰਦੋਲਨ ਤੇ ਅੰਦੋਲਨ ਦੀਆਂ ਮੰਗਾਂ ਤੇ ਸੀਗਾ, ਹੁਣ ਉਹ ਧਿਆਨ ਡਾਈਵਰਟ ਜ਼ਰੂਰ ਹੋਊਗਾ, ਲੋਕਾਂ ਦਾ ਧਿਆਨ ਉਧਰ ਹੋਊਗਾ, ਉਹਨਾਂ ਕੁ ਨੁਕਸਾਨ ਹੋਊਗਾ। ਪਰ ਅਸੀਂ ਸਮਝਦੇ ਹਾਂ ਵੀ ਅਸੀਂ ਨੁਕਸਾਨ ਨੂੰ ਉਹਨੂੰ ਕਵਰ ਕਰ ਲਾਂਗੇ ਆਉਣ ਵਾਲੇ ਸਮੇਂ 'ਚ। ਸੋ ਸੁਰਜੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਗੱਲਬਾਤ ਕਰ ਰਹੇ ਸੀ ਅਸੀਂ ਜੋ BKU ਕ੍ਰਾਂਤੀਕਾਰੀ ਦੇ ਜਿਹੜੇ ਪ੍ਰਧਾਨ ਨੇ ਸੁਰਜੀਤ ਫੂਲ ਜੀ, ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਵੱਡਾ ਬਦਲਾਅ ਜਿਹੜਾ ਹੈਗਾ ਵੇਖਣ ਨੂੰ ਮਿਲ ਰਿਹਾ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਇੱਕ ਨਵੀਂ ਪਾਰਟੀ ਤਿਆਰ ਕੀਤੀ ਹੈਗੀ ਸੰਯੁਕਤ ਸਮਾਜ ਮੋਰਚੇ ਨਾਂ ਤੋਂ। ਤਾਂ ਇਸ ਨੂੰ ਲੈ ਕੇ ਜੋ ਗੱਲਾਂ ਬਾਤਾਂ ਕੀਤੀਆਂ ਨੇ ਤੇ ਇਸ ਦੇ ਨਾਲ ਜਿਹੜਾ ਅੱਜ ਪੂਰੇ 6 ਸਾਲ ਬੀਤ ਚੁੱਕੇ ਨੇ, ਜਿਹੜਾ ਬਹਿਬਲ ਕਲਾਂ ਦੇ ਵਿੱਚ ਜਿਹੜਾ ਸਿੱਖ ਇਨਸਾਫ ਮੋਰਚਾ ਲੱਗਿਆ ਹੋਇਆ ਹੈਗਾ, ਸਰਕਾਰਾਂ ਤੋਂ ਉਮੀਦ ਕੀਤੀ ਜਾ ਰਹੀ ਸੀ, ਉਸ ਨੂੰ ਲੈ ਕੇ ਵੀ ਇਹ तमाम ਗੱਲਾਂ ਬਾਤਾਂ ਕੀਤੀਆਂ ਨੇ। ਸਹਿਯੋਗੀ ਗੌਰਵ ਦੇ ਨਾਲ ਗੌਤਮ ਕੁਮਾਰ, ਤੁਸੀਂ ਵੇਖ ਰਹੇ ਹੋ ਔਨ 에ਅਰ ਬਹਿਬਲ ਕਲਾਂ।